ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਨਿਊ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ ਪਿਆਰੇ ਬੱਚਿਓ, ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਕਹਾਣੀ ਨਵੀਆਂ ਗੱਲਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਵਨਾ ਨੇ ਆਪਣੇ ਸਫ਼ਰ ਦੇ ਦੌਰਾਨ ਕਿਹੜੀਆਂ-ਕਿਹੜੀਆਂ ਨਵੀਆਂ ਗੱਲਾਂ ਨੂੰ ਸਿੱਖਿਆ। ਤਾਂ ਸਭ ਤੋਂ ਪਹਿਲਾਂ ਉਸਨੇ ਇਹ ਗੱਲ ਸਿੱਖੀ ਕਿ ਤਾਰਾਂ ਨੂੰ ਕਿਉਂ ਢਿੱਲਾ ਛੱਡਿਆ ਜਾਂਦਾ ਹੈ, ਕਿਉਂਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਗਰਮੀ ਦੇ ਵਿੱਚ ਗਰਮ ਹੋ ਕੇ ਫੈਲਦੀਆਂ ਹਨ ਅਤੇ ਜੇਕਰ ਉਹ ਤਾਰਾਂ ਪੂਰੀਆਂ ਕੱਸੀਆਂ ਹੋਣ ਤਾਂ ਸਿਆਲਾਂ ਦੇ ਵਿੱਚ ਸੁੰਗੜ ਕੇ ਟੁੱਟ ਸਕਦੀਆਂ ਹਨ। ਇਸ ਕਰਕੇ ਟੈਲੀਫੋਨ ਦੀਆਂ ਤਾਰਾਂ ਨੂੰ ਢਿੱਲਾ ਛੱਡਿਆ ਜਾਂਦਾ ਹੈ। ਸੋ ਪਿਆਰੇ ਬੱਚਿਓ, ਹੁਣ ਆਪਾਂ ਇਸ ਕਹਾਣੀ ਨੂੰ ਅੱਗੇ ਪੜ੍ਹਾਂਗੇ। ਇੰਨੇ ਨੂੰ ਭਾਵਨਾ ਦਾ ਧਿਆਨ ਇੱਕ ਖੇਤ ਵਿੱਚ ਕੁਝ ਕਰ ਰਹੀਆਂ ਔਰਤਾਂ ਵੱਲ ਚਲਿਆ ਗਿਆ। ਉਹਨਾਂ ਨੇ ਆਪਣੀਆਂ ਪਿੱਠਾਂ ਉੱਤੇ ਚਾਦਰਾਂ ਦੀਆਂ ਝੋਲੀਆਂ ਬੰਨ੍ਹੀਆਂ ਹੋਈਆਂ ਸਨ। ਉਹ ਬੂਟਿਆਂ ਤੋਂ ਕੁਝ ਤੋੜ ਕੇ ਝੋਲੀਆਂ ਦੇ ਵਿੱਚ ਪਾ ਰਹੀਆਂ ਸਨ। ਪਿਤਾ ਜੀ ਨੇ ਦੱਸਿਆ ਕਿ ਉਹ ਕਪਾਹ ਦਾ ਖੇਤ ਹੈ। ਔਰਤਾਂ ਖਿੜੀ ਹੋਈ ਕਪਾਹ ਚੁਗ ਰਹੀਆਂ ਹਨ। ਅੰਮੀ ਨੇ ਦੱਸਿਆ ਕਿ ਕਪਾਹ ਤੋਂ ਸੂਤੀ ਕੱਪੜਾ ਬੁਣਿਆ ਜਾਂਦਾ ਹੈ। ਸੋ ਪਿਆਰੇ ਬੱਚਿਓ, ਜੋ ਸੂਤੀ ਕੱਪੜਾ ਅਸੀਂ ਪਹਿਨਦੇ ਹਾਂ ਉਹ ਕਿਸ ਤੋਂ ਤਿਆਰ ਕੀਤਾ ਜਾਂਦਾ ਹੈ? ਕਪਾਹ ਤੋਂ। ਅੰਮੀ ਦੀ ਗੱਲ ਅਜੇ ਮਸਾਂ ਪੂਰੀ ਹੀ ਹੋਈ ਸੀ ਕਿ ਭਾਵਨਾ ਬੋਲ ਪਈ, ਉਹ ਕੋਈ ਕੀ ਕਰ ਰਿਹਾ ਹੈ? ਇੱਕ ਕਿਸਾਨ ਖਾਲੀ ਖੇਤ ਵਿੱਚ ਹਲ ਵਾਹ ਰਿਹਾ ਸੀ। ਦੋ ਬਲਦ ਹਲ ਦੇ ਅੱਗੇ ਜੁੜੇ ਹੋਏ ਸਨ। ਪਿਤਾ ਜੀ ਨੇ ਸਮਝਾਉਂਦਿਆਂ ਕਿਹਾ, ਕਿਸਾਨ ਹਾੜੀ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਜ਼ਮੀਨ ਦੇ ਵਿੱਚ ਹਲ ਕਿਉਂ ਚਲਾਇਆ ਜਾਂਦਾ ਹੈ? ਤਾਂ ਕਿ ਜ਼ਮੀਨ ਨੂੰ ਫਸਲ ਬੀਜਣ ਲਈ ਤਿਆਰ ਕੀਤਾ ਜਾ ਸਕੇ। ਹਾੜੀ ਦੀ ਫਸਲ ਕੀ ਹੁੰਦੀ ਹੈ? ਭਾਵਨਾ ਨੇ ਪੁੱਛਿਆ। ਜਿਨ੍ਹਾਂ ਫਸਲਾਂ ਨੂੰ ਸਿਆਲ ਚੜ੍ਹਨ ਤੋਂ ਮਗਰੋਂ ਬੀਜਿਆ ਜਾਂਦਾ ਹੈ ਅਤੇ ਹਾੜ ਚੜ੍ਹਦਿਆਂ ਹੀ ਵੱਢਿਆ ਜਾਂਦਾ ਹੈ, ਉਹਨਾਂ ਨੂੰ ਹਾੜੀ ਦੀਆਂ ਫਸਲਾਂ ਆਖਦੇ ਹਨ, ਪਿਤਾ ਜੀ ਨੇ ਦੱਸਿਆ। ਸੋ ਪਿਆਰੇ ਬੱਚਿਓ, ਹਾੜੀ ਦੀਆਂ ਫਸਲਾਂ ਕਿਹਨਾਂ ਨੂੰ ਆਖਿਆ ਜਾਂਦਾ ਹੈ? ਜੋ ਫਸਲਾਂ ਸਿਆਲ ਚੜ੍ਹਨ ਤੋਂ ਮਗਰੋਂ ਬੀਜੀਆਂ ਜਾਣ ਅਤੇ ਹਾੜ ਚੜ੍ਹਦਿਆਂ ਹੀ ਵੱਢੀਆਂ ਜਾਣ, ਉਹਨਾਂ ਫਸਲਾਂ ਨੂੰ ਹਾੜੀ ਦੀਆਂ ਫਸਲਾਂ ਆਖਦੇ ਹਨ। ਜਿਵੇਂ ਇਹਦੇ ਵਿੱਚ ਉਦਾਹਰਨ ਅਸੀਂ ਦੇ ਸਕਦੇ ਹਾਂ, ਕਣਕ, ਛੋਲੇ, ਸਰੋਂ। ਅੰਮੀ ਨੇ ਉਦਾਹਰਨ ਦਿੱਤੀ ਅਤੇ ਕਪਾਹ, ਭਾਵਨਾ ਨੇ ਇੱਕ ਹੋਰ ਫਸਲ ਦਾ ਨਾਂ ਲਿਆ। ਨਹੀਂ, ਕਪਾਹ ਨਹੀਂ, ਇਹ ਸਾਉਣੀ ਦੀ ਫਸਲ ਹੈ। ਜੋ ਫਸਲਾਂ ਗਰਮੀਆਂ ਵਿੱਚ ਬੀਜ ਕੇ ਸਰਦੀਆਂ ਦੇ ਸ਼ੁਰੂ ਵਿੱਚ ਪ੍ਰਾਪਤ ਹੁੰਦੀਆਂ ਹਨ, ਉਹ ਸਾਉਣ ਦੀਆਂ ਫਸਲਾਂ ਹੁੰਦੀਆਂ ਹਨ, ਪਿਤਾ ਜੀ ਬੋਲੇ। ਭਾਵ ਸਾਉਣੀ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਹਨ? ਜਿਨ੍ਹਾਂ ਫਸਲਾਂ ਨੂੰ ਗਰਮੀਆਂ ਦੇ ਵਿੱਚ ਬੀਜਿਆ ਜਾਂਦਾ ਹੈ ਅਤੇ ਸਰਦੀਆਂ ਦੇ ਸ਼ੁਰੂ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ, ਉਹਨਾਂ ਫਸਲਾਂ ਨੂੰ ਸਾਉਣ ਦੀਆਂ ਫਸਲਾਂ ਕਿਹਾ ਜਾਂਦਾ ਹੈ। ਭਾਵਨਾ ਇੱਕਦਮ ਹੱਸ ਕੇ ਆਖਣ ਲੱਗੀ, ਉਹ ਦੇਖੋ ਪਿਤਾ ਜੀ, ਇੱਕ ਕਾਂ ਗੱਡੀ ਨਾਲ ਦੌੜ ਲਾ ਰਿਹਾ ਹੈ। ਸਾਰੇ ਰਾਹ ਭਾਵਨਾ ਬਾਹਰ ਕੁਦਰਤ ਵੱਲ, ਖੇਤਾਂ ਵੱਲ, ਖੁੱਲ੍ਹੇ ਅੰਬਰ ਵੱਲ ਦੇਖਦੀ ਗਈ। ਉਹ ਲਗਾਤਾਰ ਕੁਝ ਨਾ ਕੁਝ ਬੋਲ ਰਹੀ ਸੀ। ਉਹ ਭਾਂਤ-ਭਾਂਤ ਦੇ ਸਵਾਲ ਪੁੱਛ ਰਹੀ ਸੀ। ਪਿਤਾ ਜੀ ਅਤੇ ਅੰਮੀ ਉਸ ਦੁਆਰਾ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉੱਧਰ ਸੂਰਜ ਛਿਪ ਰਿਹਾ ਸੀ। ਛਿਪਦਾ ਹੋਇਆ ਸੂਰਜ ਗੂੜ੍ਹਾ ਗੁਲਾਬੀ ਰੰਗ ਦਾ ਹੋ ਗਿਆ ਸੀ। ਪਿਆਰੇ ਬੱਚਿਓ, ਛਿਪਦਾ ਹੋਇਆ ਸੂਰਜ ਕਿਹੋ ਜਿਹਾ ਹੋ ਗਿਆ ਸੀ? ਗੂੜ੍ਹਾ ਗੁਲਾਬੀ ਰੰਗ ਦਾ। ਇੰਨੇ ਨੂੰ ਪੰਛੀਆਂ ਦੀਆਂ ਡਾਰਾਂ ਦਿਖਾਈ ਦੇਣ ਲੱਗੀਆਂ। ਕਾਂ, ਘੁੱਗੀਆਂ, ਤੋਤੇ ਅਤੇ ਕਬੂਤਰ ਟੋਲੀਆਂ ਬਣਾ ਕੇ ਉੱਡ ਰਹੇ ਸਨ। ਇਹ ਇੰਨੇ ਕਿੱਥੋਂ ਆ ਗਏ? ਭਾਵਨਾ ਨੇ ਪੰਛੀਆਂ ਦੀਆਂ ਡਾਰਾਂ ਦੇਖ ਕੇ ਪੁੱਛਿਆ। ਇਹ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ, ਪਿਤਾ ਜੀ ਨੇ ਦੱਸਿਆ। ਪੰਛੀਆਂ ਦੀਆਂ ਡਾਰਾਂ ਕਿੱਧਰ ਨੂੰ ਚੱਲ ਰਹੀਆਂ ਸਨ? ਆਪਣੇ-ਆਪਣੇ ਘਰਾਂ ਨੂੰ। ਕਿੱਥੇ ਨੇ ਇਹਨਾਂ ਦੇ ਘਰ? ਭਾਵਨਾ ਪੰਛੀਆਂ ਦੇ ਘਰਾਂ ਦੀ ਗੱਲ ਸੁਣ ਕੇ ਸੋਚ ਵਿੱਚ ਪੈ ਗਈ। ਇਹਨਾਂ ਦੇ ਆਪਣੇ-ਆਪਣੇ ਆਲ੍ਹਣੇ, ਦਰੱਖਤਾਂ ਦੀਆਂ ਟਾਹਣੀਆਂ ਜਾਂ ਰਹਿਣ ਦੇ ਹੋਰ ਟਿਕਾਣੇ ਇਹਨਾਂ ਦੇ ਹੀ ਘਰ ਹਨ, ਪਿਤਾ ਜੀ ਬੋਲੇ। ਸੂਰਜ ਛਿਪ ਗਿਆ ਸੀ। ਬਾਹਰ ਹਨੇਰਾ ਹੋ ਚੱਲਿਆ ਸੀ। ਬਠਿੰਡਾ ਵੀ ਨੇੜੇ ਆ ਗਿਆ ਸੀ। ਅੰਮੀ ਨੇ ਖੜ੍ਹੀ ਹੋ ਕੇ ਸਵੈਟਰ ਟੋਕਰੀ ਵਿੱਚ ਸੰਭਾਲ ਦਿੱਤਾ। ਸੀਟ ਉੱਤੇ ਬੈਠ ਕੇ ਉਹਨਾਂ ਨੇ ਭਾਵਨਾ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਪੁੱਛਿਆ, ਕਿਹੋ ਜਿਹੀ ਲੱਗੀ ਪੁਸਤਕ ਜੋ ਤੂੰ ਅੱਜ ਰੇਲ ਗੱਡੀ ਵਿੱਚ ਪੜ੍ਹੀ ਹੈ? ਤੁਹਾਡਾ ਸਵੈਟਰ ਬੁਣਦਿਆਂ ਦਾ ਧਿਆਨ ਨਹੀਂ ਰਿਹਾ। ਮੈਂ ਤਾਂ ਗੱਲਾਂ ਹੀ ਕੀਤੀਆਂ, ਪੁਸਤਕ ਤਾਂ ਪੜ੍ਹੀ ਹੀ ਨਹੀਂ, ਭਾਵਨਾ ਨੇ ਉੱਤਰ ਦਿੱਤਾ। ਨਹੀਂ ਪੁੱਤਰ, ਤੂੰ ਸਾਰੇ ਰਾਹ ਪੁਸਤਕ ਹੀ ਤਾਂ ਪੜ੍ਹੀ ਹੈ।
ਕੁਦਰਤ ਇੱਕ ਵਿਸ਼ਾਲ ਪੁਸਤਕ ਹੈ। ਵਿਸ਼ਾਲ ਜਾਣੀ ਕਿ ਵੱਡੀ। ਗਿਆਨ ਦਾ ਭੰਡਾਰ ਹੈ। ਭੰਡਾਰ ਜਾਣੀ ਖਜ਼ਾਨਾ। ਪਿਤਾ ਜੀ ਨੇ ਭਾਵਨਾ ਦੇ ਸਿਰ 'ਤੇ ਹੱਥ ਫੇਰਿਆ। ਜਿੰਨੀਆਂ ਗੱਲਾਂ ਮਨੁੱਖ ਕੁਦਰਤ ਦੀ ਪੁਸਤਕ ਵਿੱਚੋਂ ਸਿੱਖ ਸਕਦਾ ਹੈ, ਹੋਰ ਕਿਸੇ ਪੁਸਤਕ ਵਿੱਚੋਂ ਨਹੀਂ ਸਿੱਖਦਾ। ਅੰਮੀ ਨੇ ਸਮਝਾਇਆ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਤਾਂ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖ ਲਈਆਂ ਹਨ। ਭਾਵਨਾ ਉਤਸ਼ਾਹ, ਹਿੰਮਤ, ਹੌਸਲੇ ਨਾਲ ਬੋਲੀ ਤੇ ਫਿਰ ਉਹ ਖਿੜਕੀ ਵਿੱਚੋਂ ਦੀ ਬਠਿੰਡੇ ਦਾ ਚਾਨਣ ਦੇਖਣ ਲੱਗ ਪਈ। ਸੋ ਪਿਆਰੇ ਬੱਚਿਓ, ਇਸ ਕਹਾਣੀ ਦੇ ਰਾਹੀਂ ਇਹ ਦੱਸਿਆ ਗਿਆ ਹੈ ਕਿ ਭਾਵਨਾ ਨੇ ਆਪਣੇ ਸਫ਼ਰ ਦੇ ਦੌਰਾਨ ਬਹੁਤ ਸਾਰੀਆਂ ਨਵੀਆਂ ਗੱਲਾਂ ਨੂੰ ਸਿੱਖਿਆ ਤੇ ਉਹਨਾਂ ਦਾ ਸਫ਼ਰ ਸੀ ਜੋ ਬਹੁਤ ਹੀ ਵਧੀਆ ਰਿਹਾ। ਥੈਂਕਸ ਟੂ ਆਲ। ਹੈਵ ਅ ਨਾਈਸ ਡੇ।